ਸਟਾਰਟਿੰਗ ਦੇ ਵਿੱਚ ਸਿਰਫ ਇੰਗਲਿਸ਼ ਦੇ ਨਾਂ ਤੋਂ ABCD ਆਉਂਦੀ ਸੀ ਤੇ ਜੇ ਬਿਲਕੁਲ ਐਂਡ ਤੇ ਗੱਲ ਕਰੀਏ ਤਾਂ ਇੰਗਲਿਸ਼ ਦੇ ਟੈਂਸਸ ਦਾ ਵੀ ਨਹੀਂ ਸੀ ਪਤਾ। ਉਹਨੂੰ ਇੰਨਾ ਯਕੀਨ ਸੀ ਕਿ ਮੇਰੀ 4 ਬੈਂਡ ਤੋਂ ਉੱਤੇ ਦੀ ਔਕਾਤ ਨਹੀਂ ਹੈਗੀ। ਘਰਦਿਆਂ ਦੇ ਤਾਨੇ ਵੀ ਬਹੁਤ ਵੱਜੇ ਕਿ ਤੁਹਾਨੂੰ ਅਸੀਂ ਪਹਿਲਾਂ ਹੀ ਕਿਹਾ ਕਿ ਤੁਹਾਡੇ ਵਾਸਤੇ ਗੱਲ ਹੀ ਨਹੀਂ ਹੈਗੀ, ਤੁਸੀਂ ਐਵੇਂ ਪੈਸੇ ਵੇਸਟ ਕਰਦੇ ਪਏ ਹੋ, ਤੁਸੀਂ ਬਣੇ ਸਿਰਫ 2 ਨੰਬਰ ਵਾਸਤੇ ਹੋ, ਤੁਸੀਂ ਬਣੇ ਸਿਰਫ ਇੱਕ ਅਮਰੀਕਾ ਦੀ ਕੰਧ ਟੱਪਣ ਵਾਸਤੇ ਹੋ। ਕਦੀ ਘਰ ਟਾਈਮ ਨਹੀਂ ਸੀ ਹੁੰਦਾ, ਬਾਹਰ ਸੜਕਾਂ ਤੇ ਜਾ ਕੇ ਕਰਦਾ ਸੀ ਤਾਂ ਲੋਕੀ ਵੀ ਦੇਖ ਕੇ ਹੈਰਾਨ ਹੁੰਦੇ ਸੀ ਵੀ ਇਹ ਬੋਲੀ ਕਿਹਦੇ ਨਾਲ ਜਾਂਦਾ। ਇੱਕ ਗੁੱਸਾ ਵੀ ਸੀ ਅੰਦਰ ਔਰ ਇੱਕ ਅੱਗ ਵੀ ਸੀ, ਬਟ ਅੱਗ ਹਾਰਨ ਦੀ ਨਹੀਂ ਸੀ, ਅੱਗ ਉਦੋਂ ਹਰਾਨ ਦੀ ਸੀ। IELTS prepare help ਮੈਨੂੰ ਖੁਦ ਨਹੀਂ ਯਕੀਨ ਹੋ ਰਿਹਾ ਕਿ ਅੱਜ ਤੋਂ 4 ਸਾਲ ਪਹਿਲਾਂ ਮੇਰੀ ਕੁਝ ਇਦਾਂ ਦੀ ਇੰਗਲਿਸ਼ ਸੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਪ੍ਰਭਜੋਤ ਸਿੰਘ ਹੈ ਤੇ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਕਿ ਮੈਂ ਕਿਵੇਂ IELTS prepare help ਤੋਂ I want to help you with your IELTS preparation ਬਣਾਇਆ। ਗੱਲ ਸਕੂਲ ਤੋਂ ਕਰਦੇ ਹਾਂ। ਸਕੂਲ ਦੇ ਵਿੱਚ +2 ਦੇ +2 'ਚ ਗੱਲ ਕਰਾਂ ਤਾਂ ਸਟਾਰਟਿੰਗ ਦੇ ਵਿੱਚ ਸਿਰਫ ਇੰਗਲਿਸ਼ ਦੇ ਨਾਂ ਤੋਂ ABCD ਆਉਂਦੀ ਸੀ ਤੇ ਜੇ ਬਿਲਕੁਲ ਐਂਡ ਤੇ ਗੱਲ ਕਰੀਏ ਤਾਂ ਇੰਗਲਿਸ਼ ਦੇ ਟੈਂਸਸ ਦਾ ਵੀ ਨਹੀਂ ਸੀ ਪਤਾ। ਤੁਸੀਂ ਸੋਚ ਰਹੇ ਹੋਣੇ ਹੋ ਕਿ ਕਿਵੇਂ IELTS ਦੇ ਮਤਲਬ ਕਿ +2 ਦੇ ਵਿੱਚ ਮੈਂ ਆਪਣੇ ਐਗਜ਼ਾਮਸ ਕਲੀਅਰ ਕੀਤੇ ਇੰਗਲਿਸ਼ ਦੇ, ਤਾਂ ਉਹ ਵੀ ਸਿਰਫ ਟੀਚਰ ਦੀ ਮਿਹਰ ਸਦਕਾ ਜਾਂ ਕਦੀ ਟੀਚਰ ਦੇ ਤਰਸ ਕਰਕੇ ਜਾਂ ਫਿਰ ਚੀਟਿੰਗ ਦੇ ਸਿਰ ਤੇ ਕੀਤੇ। ਬਟ ਜਿਵੇਂ ਹੀ +2 ਹੋਈ ਤੇ ਘਰਦਿਆਂ ਦੇ ਵੀ ਕੁਐਸਚਨ ਸ਼ੁਰੂ ਹੋ ਗਏ ਖੜੇ ਹੋਣੇ ਕਿ ਹਾਂ ਵੀ ਹੁਣ ਅੱਗੇ ਕੀ ਕਰਨਾ ਹੈ, ਕਿਉਂਕਿ ਫਿਊਚਰ ਸਾਰਿਆਂ ਨੂੰ ਇੰਪੋਰਟੈਂਟ ਹੁੰਦਾ ਹੈ। ਤੇ ਜੇ ਆਪਣੀ ਪੜ੍ਹਾਈ ਦੀ ਗੱਲ ਕਰਾਂ ਤਾਂ ਇੰਨੀ ਪੜ੍ਹਾਈ ਵਧੀਆ ਹੈ ਨਹੀਂ ਸੀਗੀ, ਤਾਂ ਇੱਕ ਬਾਹਰ ਜਾਣ ਦਾ ਹੀ ਖਿਆਲ ਸੀਗਾ ਤੇ ਉੱਥੇ ਵੀ ਸਭ ਤੋਂ ਪਹਿਲਾਂ ਇੰਗਲਿਸ਼ ਹੀ ਸਿੱਖਣੀ ਪੈਣੀ ਸੀ। ਤੇ ਸਟਾਰਟਿੰਗ ਦੀ ਗੱਲ ਕਰੀਏ ਤੇ ਸ਼ੁਰੂ ਤੋਂ ਹੀ ਸਿਰਫ ਇੱਕ ਇਹੀ ਲੈਂਗੁਏਜ ਸੀ ਜਿੱਥੋਂ ਅਸੀਂ ਭੱਜਣ ਦੇ ਸਾਂ ਤੇ ਹੁਣ ਉਹਦੇ ਨਾਲ ਹੀ ਲੜਨਾ ਪੈਣਾ ਸੀ। ਤੇ ਇੱਕ ਵਾਰੀ ਤੇ ਆਪਣਾ ਪੂਰਾ ਅੰਦਰੋਂ ਜੋਸ਼ ਬਣਾਇਆ, ਇਸੇ ਕਰਕੇ ਮੈਂ IELTS ਦੀ ਕਲਾਸਿਸ ਸਟਾਰਟ ਕਰਤੀਆਂ। ਸਟਾਰਟਿੰਗ ਦੇ ਵਿੱਚ ਹੁਣ ਜਿਵੇਂ ਗੱਲ ਕਰੀਏ +2 ਤੱਕ ਪੜ੍ਹੇ ਨਹੀਂ ਸੀ ਤਾਂ ਉੱਥੇ ਵੀ IELTS ਦੇ ਵਿੱਚ ਵੀ ਇੰਨਾ ਧਿਆਨ ਨਹੀਂ ਦਿੱਤਾ, ਇਗਨੋਰ ਕਰਦੇ ਰਹੇ, ਪ੍ਰੈਕਟਿਸ ਜ਼ਿਆਦਾ ਕੀਤੀ ਨਹੀਂ, ਹਾਰਡ ਵਰਕ ਕੀਤਾ ਨਹੀਂ, ਬਸ ਐਵੇਂ ਹੀ ਮਾੜਾ ਮੋਟਾ ਟਾਈਮ ਪਾਸ ਕਰਕੇ ਐਗਜ਼ਾਮ ਦੇ ਦਿੱਤਾ। ਤੇ ਜਦੋਂ ਕੁਝ ਕੀਤਾ ਨਹੀਂ ਸੀ ਤਾਂ ਆਉਣਾ ਵੀ ਉਹੀ ਸੀ। ਤੇ ਗੱਲ ਕਰੀਏ ਮੇਰੇ ਬੈਂਡਸ ਦੀ ਤਾਂ ਸਾਰੇ 5.5 ਬੈਂਡ ਆਏ ਤੇ ਬੜਾ ਹੀ ਅੰਦਰੋਂ ਦਿਲ ਵੀ ਦੁੱਖ ਹੋਇਆ। ਘਰਦਿਆਂ ਦੇ ਤਾਨੇ ਵੀ ਬਹੁਤ ਵੱਜੇ ਕਿ ਤੁਹਾਨੂੰ ਅਸੀਂ ਪਹਿਲਾਂ ਹੀ ਕਿਹਾ ਕਿ ਤੁਹਾਡੇ ਵਾਸਤੇ ਗੱਲ ਹੀ ਨਹੀਂ ਹੈਗੀ, ਤੁਸੀਂ ਐਵੇਂ ਪੈਸੇ ਵੇਸਟ ਕਰਦੇ ਪਏ ਹੋ, ਤੁਸੀਂ ਬਣੇ ਸਿਰਫ 2 ਨੰਬਰ ਵਾਸਤੇ ਹੋ, ਤੁਸੀਂ ਬਣੇ ਸਿਰਫ ਇੱਕ ਅਮਰੀਕਾ ਦੀ ਕੰਧ ਟੱਪਣ ਵਾਸਤੇ ਹੋ, ਜਾਂ ਹੀ ਤੁਸੀਂ 2 ਨੰਬਰ 'ਚ ਅਮਰੀਕਾ ਸਕਦੇ ਹੋ। ਉਦੋਂ ਬੜਾ ਅੰਦਰ ਗੱਲ ਚੁੱਭੀ ਕਿ ਨਹੀਂ ਯਾਰ, ਅਜੇ ਤੇ ਮੈਂ ਆਪਣੇ ਪੂਰਾ 100% ਦਿੱਤਾ ਵੀ ਨਹੀਂ ਤੇ ਮੈਂ ਆਪਣੇ ਆਪ ਨੂੰ ਕਿਵੇਂ ਮੰਨ ਲਾਂ ਕਿ ਮੈਂ ਹਾਰ ਗਿਆ। ਤੇ ਦੁਬਾਰਾ ਫਿਰ ਇੱਕ ਵਾਰੀ ਆਪਣੇ ਅੰਦਰ ਜੋਸ਼ ਲੈ ਕੇ ਆਇਆ ਕਿ ਨਹੀਂ ਯਾਰ, ਇਸ ਵਾਰੀ ਕਰਨੀ ਹੈ ਤਾਂ ਬਹੁਤ ਜੋਸ਼ ਦੇ ਨਾਲ ਕਰਨੀ ਹੈ, ਪੂਰਾ ਮਾਈਂਡ ਬਣਾ ਕੇ ਕਰਨੀ ਹੈ ਕਿ ਹਾਰਡ ਵਰਕ ਦੇ ਨਾਲ ਕਰਕੇ ਇਹਨਾਂ ਨੂੰ ਦਿਖਾਣਾ ਕਿ ਮੈਂ ਵੀ ਕੁਝ ਕਰ ਸਕਦਾ। ਇਸੇ ਲਈ ਦੁਬਾਰਾ ਫਿਰ ਮੈਂ IELTS ਦੀ ਪ੍ਰਿਪਰੇਸ਼ਨ ਸਟਾਰਟ ਕੀਤੀ, ਸੈਂਟਰ ਦੇ ਉੱਤੇ ਗਿਆ। ਮੈਨੂੰ ਹੁਣ ਵੀ ਯਾਦ ਹੈ, ਮੇਰਾ ਫਸਟ ਡੇ ਸੀ। ਫਸਟ ਡੇ ਦੇ ਵਿੱਚ ਸਟਾਰਟਿੰਗ ਹੀ ਮੇਰੀ ਸਪੀਕਿੰਗ ਤੋਂ ਹੋਈ। ਤਾਂ ਸਪੀਕਿੰਗ ਦੇ ਵਿੱਚ ਸਾਰੇ ਬੱਚੇ ਬੈਠੇ ਹੋਏ ਸੀ, ਮੈਂ ਜਾ ਕੇ ਸਪੀਕਿੰਗ ਦਿੱਤੀ ਟੀਚਰ ਨੂੰ। ਜਦੋਂ ਬੋਲ ਕੇ ਮੈਂ ਹਟਿਆ ਤਾਂ ਦੇਖਿਆ ਸਾਰੇ ਮੇਰੇ ਵੱਲ ਹੱਸਦੇ ਪਏ ਸੀ। ਇਵਨ ਕਿ ਟੀਚਰ ਨੇ ਵੀ ਇਹੀ ਕਮੈਂਟ ਕੀਤਾ ਕਿ ਉਹ ਵੀ ਹੈਰਾਨ ਸੀ ਕਿ ਮੇਰੇ 5.5 ਬੈਂਡ ਕਿਵੇਂ ਆ ਗਏ, ਕਿਉਂਕਿ ਜਿੱਦਾਂ ਦੀ ਮੈਂ ਉੱਥੇ ਸਪੀਕਿੰਗ ਦਿੱਤੀ ਸੀ ਉਹਨੂੰ ਇਹ ਨਹੀਂ ਸੀ, ਉਹਨੂੰ ਇੰਨਾ ਯਕੀਨ ਸੀ ਕਿ ਮੇਰੀ 4 ਬੈਂਡ ਤੋਂ ਉੱਤੇ ਦੀ ਔਕਾਤ ਨਹੀਂ ਹੈਗੀ। ਤਾਂ ਇਹੀ ਉਹਨੇ ਮੇਰੇ ਮੂੰਹ 'ਤੇ ਕਿਹਾ। ਬੜਾ ਮਨ ਉਦਾਸ ਹੋਇਆ, ਗੱਲ ਦਿਲ 'ਤੇ ਚੁੱਭੀ, ਵਾਪਸ ਆਇਆ। ਇੱਕ ਗੁੱਸਾ ਵੀ ਸੀ ਅੰਦਰ ਔਰ ਇੱਕ ਅੱਗ ਵੀ ਸੀ, ਬਟ ਅੱਗ ਹਾਰਨ ਦੀ ਨਹੀਂ ਸੀ, ਅੱਗ ਉਦੋਂ ਹਰਾਨ ਦੀ ਸੀ। ਔਰ ਇਹ ਸੋਚ ਕੇ ਮੈਂ IELTS ਸਪੀਕਿੰਗ ਦੀ ਪ੍ਰਿਪਰੇਸ਼ਨ ਸਟਾਰਟ ਕਰਤੀ। ਔਰ ਮੈਨੂੰ ਹੁਣ ਵੀ ਯਾਦ ਹੈ ਕਿ ਘਰ ਬਹਿ ਕੇ ਮੈਂ 4 ਘੰਟੇ ਲਗਾਤਾਰ ਸਿਰਫ IELTS ਦੇ ਉੱਤੇ, ਇੰਗਲਿਸ਼ ਦੇ ਉੱਤੇ ਹੀ ਬੋਲਿਆ। ਔਰ ਇੰਨਾ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਕਿ ਜਿੰਨੀ ਇੰਗਲਿਸ਼ ਮੈਂ ਪਿਛਲੇ ਜਦੋਂ ਦਾ ਜੰਮਿਆ ਉਦੋਂ ਦੀ ਨਹੀਂ ਸੀ ਬੋਲੀ, ਉਨੀ 4 ਘੰਟਿਆਂ ਦੇ ਵਿੱਚ ਬੋਲੀ। ਤੇ ਆਪਣੇ ਕਿਊ ਕਾਰਡਸ ਦੇ ਉੱਤੇ ਬੋਲੇ ਤੇ ਜਾ ਕੇ ਫਿਰ ਉਹਨਾਂ ਹੀ ਬੱਚਿਆਂ ਦੇ ਵਿੱਚ ਉਸੇ ਟੀਚਰ ਅੱਗੇ ਸਭ ਤੋਂ ਪਹਿਲਾਂ ਮੈਂ ਆਪਣੀ ਸਪੀਕਿੰਗ ਦਿੱਤੀ। ਤੇ ਉਦੋਂ ਮੈਨੂੰ ਉਸੇ ਟੀਚਰ ਨੇ ਮੈਨੂੰ 6 ਬੈਂਡ ਦਿੱਤੇ। ਤਾਂ ਮੈਂ ਵੀ ਬੜਾ ਹੈਰਾਨ ਸੀ ਕਿ ਮੇਰੇ ਇੱਕ ਦਿਨ ਦੇ ਵਿੱਚ ਇੰਨਾ ਇੰਪਰੂਵਮੈਂਟ ਹੋਇਆ ਤੇ ਟੀਚਰ ਵੀ ਹੈਰਾਨ ਸੀ। ਉੱਥੋਂ ਮੈਨੂੰ ਪਤਾ ਲੱਗਾ ਕਿ ਹਾਂ ਯਾਰ, ਅਗਰ ਤੁਸੀਂ ਆਪਣੇ ਮਨ ਦੇ ਵਿੱਚ ਕੁਝ ਰੱਖ ਲਓ ਕਿ ਹਾਂ ਵੀ ਕਰਕੇ ਵਿਖਾਣਾ ਤਾਂ ਤੁਸੀਂ ਕਰ ਸਕਦੇ ਹੋ। ਇਸੇ ਹੀ ਤਰੀਕੇ ਨਾਲ ਫਿਰ ਮੈਂ ਆਪਣੀ ਵੀਕਨੈਸ ਦੇ ਉੱਤੇ, ਜਿਹੜੇ ਮੇਰੇ ਵੀਕ ਪੁਆਇੰਟ ਸੀਗੇ ਕਿ ਮੈਂ ਕਿਤੇ ਵੀਕ ਰਹਿੰਦਾ ਪਿਆ ਸੀ, ਜੇ ਮੈਂ ਹਾਰਡ ਵਰਕ ਨਹੀਂ ਸੀ ਕਰਦਾ ਪਿਆ, ਉੱਤੇ ਧਿਆਨ ਦਿੱਤਾ। ਰੀਡਿੰਗ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਫਿਰ ਮੈਂ ਰੀਡਿੰਗ ਸਟਾਰਟ ਕੀਤੀ। ਰੀਡਿੰਗ ਦੇ ਵਿੱਚ ਮੈਂ ਬਹੁਤ ਪਿੱਛੇ ਸੀ ਕਿਉਂਕਿ ਮੇਰੇ ਬੈਂਡ 5.5 ਤੋਂ ਉੱਤੇ ਆ ਨਹੀਂ ਸੀ ਰਹੇ। ਆਪਣੇ ਜੇ ਮੈਂ ਤਰੀਕੇ ਵੱਲ ਵੇਖਿਆ, ਸਭ ਤੋਂ ਪਹਿਲਾਂ ਮੈਂ ਉੱਥੇ ਹੀ ਧਿਆਨ ਦਿੱਤਾ ਕਿ ਸ਼ਾਇਦ ਮੇਰਾ ਪੜ੍ਹਨ ਦਾ ਤਰੀਕਾ ਹੀ ਗਲਤ ਹੈ। ਉੱਥੇ ਵੀ ਇੱਕ ਬੜੀ ਮੁਸ਼ਕਿਲ ਸੀ ਮੇਰੇ ਕੋਲ ਕਿ ਮੈਂ ਹੁਣ ਕਰਾਂ ਕੀ। ਫਿਰ ਆਪਣਾ ਮਾਈਂਡ ਲੜਾਇਆ, ਇੱਕ ਵੱਖਰਾ ਤਰੀਕਾ ਲੈ ਕੇ ਆਇਆ ਕਿ ਸਭ ਤੋਂ ਪਹਿਲਾਂ ਮੈਨੂੰ ਕੁਐਸਚਨ ਪੜ੍ਹਨੇ ਚਾਹੀਦੇ ਨੇ। ਕੁਐਸਚਨ ਪੜ੍ਹ ਕੇ ਮੈਂ ਕੁਐਸਚਨ ਨੂੰ ਸਮਝਾਂ, ਕੁਐਸਚਨ ਦੇ ਵਿੱਚੋਂ ਦੀ ਕੀਵਰਡਸ ਕੱਢਾਂ, ਜਿਹੜੇ ਕੁਐਸਚਨ ਦੇ ਇੱਕ ਮੇਨ ਪਾਰਟ ਹੈ ਕਿ ਜਿਨ੍ਹਾਂ ਦੇ ਉੱਤੇ ਕੁਐਸਚਨ ਟਿਕਿਆ ਹੋਇਆ, ਜਿਹੜੇ ਮੈਨੂੰ ਈਜ਼ੀਲੀ ਮੇਰੇ ਪੈਸੇਜ ਦੇ ਵਿੱਚ, ਪੈਰਾਗ੍ਰਾਫ ਦੇ ਵਿੱਚ ਜੇ ਲੱਭਣੇ ਹੋਣ ਤਾਂ ਮੈਨੂੰ ਲੱਭ ਜਾਣ। ਐਵੇਂ ਹੀ ਮੈਂ ਪਹਿਲਾਂ ਸਾਰੇ ਕੁਐਸਚਨਸ ਪੜ੍ਹੇ। ਕੁਐਸਚਨਸ ਪੜ੍ਹਨ ਤੋਂ ਬਾਅਦ ਫਿਰ ਮੈਂ ਪੈਰਾਗ੍ਰਾਫ 'ਤੇ ਗਿਆ। ਪੈਰਾਗ੍ਰਾਫ ਦੇ ਵਿੱਚ ਫਿਰ ਮੈਂ ਪੈਰਾਗ੍ਰਾਫ ਨੂੰ ਪੜ੍ਹਨਾ ਸਟਾਰਟ ਕੀਤਾ। ਉਹਨੂੰ ਆਰਾਮ ਨਾਲ ਹੌਲੀ ਪੜ੍ਹਿਆ, ਇੱਕ ਇੰਟਰਸਟ ਬਣਾ ਕੇ, ਇੱਕ ਆਪਣੀ ਸਪੀਡ ਬਣਾ ਕੇ, ਕਿਸੇ ਜਲਦੀ ਨਾਲ ਨਹੀਂ, ਔਰ ਇੱਕ ਪ੍ਰੋਪਰ ਕੰਸਨਟ੍ਰੇਸ਼ਨ ਦੇ ਨਾਲ ਕਿ ਹਾਂ ਵੀ ਪੜ੍ਹਨਾ ਤੇ ਚੱਜ ਨਾਲ ਪੜ੍ਹਨਾ, ਇੱਕ ਨੌਲੇਜ ਲੈਣ ਵਾਸਤੇ ਪੜ੍ਹਨਾ, ਇੱਕ
ਆਪਣੇ ਆਪ ਨੂੰ ਕੁਝ ਸਿਖਾਉਣ ਵਾਸਤੇ ਪੜ੍ਹਨਾ ਹੈ। ਉਹਦੇ ਥਰੂ ਮੇਰਾ ਇੰਟਰਸਟ ਵੀ ਬਣਿਆ। ਉਸ ਤੋਂ ਬਾਅਦ ਗੱਲ ਕਰਾਂ ਤੇ ਮੈਨੂੰ ਉਹ ਕੀਵਰਡ ਵੀ ਮਿਲਣ ਲੱਗ ਪਏ। ਪਹਿਲਾ ਪੈਰਾਗ੍ਰਾਫ ਪੜ੍ਹਿਆ, ਮੈਨੂੰ ਹੁਣ ਵੀ ਯਾਦ ਹੈ, ਮੈਨੂੰ ਇੱਕ ਦੋ ਕੁਐਸਚਨ ਦੇ ਆਨਸਰ ਜਿਹੜੇ ਨੇ ਛੇਤੀ ਮਿਲ ਗਏ ਤਾਂ ਅੰਦਰੋਂ ਬੜੀ ਖੁਸ਼ੀ ਜਿਹੀ ਹੋਈ। ਇੱਕ ਕਿਉਰਿਓਸਿਟੀ ਵੀ ਡੈਵਲਪ ਹੋ ਗਈ ਕਿ ਹਾਂ ਵੀ ਚੱਲ ਅੱਗੇ ਪੜ੍ਹਦੇ ਹਾਂ, ਇਨਫੋਰਮੇਸ਼ਨ ਵੀ ਮਿਲੇਗੀ, ਨਾਲ ਦੀ ਨਾਲ ਆਨਸਰਸ ਵੀ ਸਹੀ ਮਿਲਣ ਲੱਗ ਪੈਣਗੇ। ਉਦੋਂ ਇੱਕ ਹੀ ਪ੍ਰੋਬਲਮ ਰੀਡਿੰਗ ਦੇ ਵਿੱਚ ਹੋਰ ਆਈ, ਉੱਥੇ ਸੀ ਟਾਈਮ ਮੈਨੇਜਮੈਂਟ। ਮੇਰਾ ਟਾਈਮ ਨਹੀਂ ਸੀ ਪੂਰਾ ਹੁੰਦਾ, ਪੈਸੇਜ ਮੇਰੇ ਤੋਂ ਕੰਪਲੀਟ ਨਹੀਂ ਸੀ ਹੁੰਦੇ। ਉੱਥੇ ਵੀ ਫਿਰ ਇੱਕ ਇਹੀ ਤਰੀਕਾ ਲੈ ਕੇ ਆਇਆ ਕਿ ਇਹਨੂੰ ਜਿੰਨਾ ਮੈਂ ਪੜ੍ਹ ਸਕਦਾ ਵਾਂ ਉਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਕ ਹੈ ਤਾਂ ਲੈਂਗੁਏਜ ਹੀ ਹੈ। ਜਿੰਨਾ ਜ਼ਿਆਦਾ ਪੜ੍ਹੋਗੇ ਉਨੀ ਜ਼ਿਆਦਾ ਤੁਸੀਂ ਇਹਦੇ ਉੱਤੇ ਇੱਕ ਆਪਣਾ ਹੱਥ ਵਧੀਆ ਬਣਾ ਲਓਗੇ, ਤੁਹਾਡੀ ਗ੍ਰਿਪ ਵਧੀਆ ਬਣ ਜਾਏਗੀ। ਉਹੀ ਮੈਂ ਕੀਤਾ। ਇੱਕ ਦਿਨ ਦੇ ਵਿੱਚ ਮੈਂ 4 ਰੀਡਿੰਗ ਕਰਦਾ ਸੀ। ਰੀਡਿੰਗ ਦੇ ਪੈਸੇजेस ਹੁੰਦੇ ਸਨ, ਉਹਨਾਂ ਨੂੰ ਬੜਾ ਧਿਆਨ ਨਾਲ ਪੜ੍ਹਦਾ ਸੀ। ਉਹਦੇ ਥਰੂ ਮੇਰੀ ਰੀਡਿੰਗ ਹੌਲੀ ਇੰਪਰੂਵ ਹੋਣ ਲੱਗ ਪਈ। ਸੇਮ ਹੀ ਮੈਂ ਰਾਈਟਿੰਗ ਦੇ ਵਿੱਚ ਕੀਤਾ। ਸਭ ਤੋਂ ਪਹਿਲਾਂ ਤਾਂ ਮੈਂ ਰਾਈਟਿੰਗ ਦਾ ਇੱਕ ਢੰਗ ਵੇਖਿਆ, ਇੱਕ ਤਰੀਕਾ ਵੇਖਿਆ ਕਿ ਕਿਸ ਹਿਸਾਬ ਨਾਲ ਉਹਨੂੰ ਲਿਖਦੇ ਨੇ। ਉਹਨੂੰ ਪੜ੍ਹਿਆ। ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਮੈਂ ਇਹਦੇ ਵਿੱਚ ਕੀ ਐਡ ਕਰ ਸਕਣਾ। ਵੋਕੈਬਲਰੀ ਇੱਕ ਇੰਪੋਰਟੈਂਟ ਪਾਰਟ ਹੁੰਦਾ ਰਾਈਟਿੰਗ ਦਾ, ਮੈਂ ਉਹ ਸਿੱਖੀ। ਮੈਨੂੰ ਹੁਣ ਵੀ ਯਾਦ ਹੈ ਕਿ ਉਦੋਂ ਮੈਂ 1000 ਤੋਂ ਲੈ ਕੇ ਘੱਟੋ ਘੱਟ 15 ਵਰਡਸ ਦੀ ਕ੍ਰੈਮਿੰਗ ਕੀਤੀ, ਉਹਨਾਂ ਦੇ ਰੱਟੇ ਮਾਰੇ, ਆਪਣੇ ਮਾਈਂਡ ਦੇ ਵਿੱਚ ਰੱਖੇ ਕਿ ਕਿੱਥੇ ਉਹਨਾਂ ਨੂੰ ਮੈਂ ਯੂਜ਼ ਕਰ ਸਕਣਾ, ਜਿੱਥੋਂ ਮੇਰੀ ਹੈਲਪ ਹੋਏਗੀ ਇਹਨੂੰ ਅੱਗੇ ਇੰਪਰੂਵ ਕਰਨ ਦੀ। ਉਸ ਤੋਂ ਬਾਅਦ ਗੱਲ ਕਰੀਏ ਤੇ ਇੱਕ ਗ੍ਰਾਮਰ ਰੇਂਜ ਹੁੰਦੀ ਹੈ, ਉਹਨੂੰ ਪੜ੍ਹਿਆ ਮੈਂ ਬੈਂਡ ਡਿਸਕ੍ਰਿਪਟਰਸ ਦੇ ਥਰੂ। YouTube ਤੋਂ ਵੀਡੀਓਜ਼ ਵੇਖੀਆਂ ਜਿੱਥੋਂ ਮੈਨੂੰ ਹੈਲਪ ਮਿਲੀ। ਫਿਰ ਉਹ ਗ੍ਰਾਮਰ ਰੇਂਜ ਦੇ ਵਿੱਚ ਮੈਨੂੰ ਉਦੋਂ ਪਤਾ ਲੱਗਾ ਕਿ ਇੰਗਲਿਸ਼ ਦੇ ਵਿੱਚ 7 ਸੈਂਟੈਂਸਿਸ ਵੀ ਹੁੰਦੇ ਨੇ, ਜਿਹਦੇ ਥਰੂ ਆਪਾਂ ਇੱਕ ਬੜਾ ਵਧੀਆ ਰਾਈਟਿੰਗ ਟਾਸਕ ਲਿਖ ਸਕਦੇ ਹਾਂ, ਜਿਹਦੇ ਨਾਲ ਆਪਣੇ ਬੈਂਡ ਵੀ ਵੱਧ ਸਕਦੇ ਨੇ। ਮੈਂ ਉਹਨਾਂ ਨੂੰ ਸਿੱਖਿਆ। ਫਿਰ ਉਹ ਤੋਂ ਬਾਅਦ ਬੈਂਡ 9 ਦੇ ਸੈਂਪਲ ਪੜ੍ਹੇ ਕਿ ਕਿਵੇਂ ਕਿਹੜਾ ਬੰਦਾ ਕਿਸ ਤਰੀਕੇ ਨਾਲ ਲਿਖੇ ਬੜੇ ਵਧੀਆ ਬੈਂਡ ਸਕੋਰ ਕਰ ਸਕਦਾ ਹੈ। ਉਦੋਂ ਮੈਨੂੰ ਇੱਕ ਹੋਰ ਪ੍ਰੋਬਲਮ ਵੀ ਸੀ ਹੈਗੀ, ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਉਦੋਂ ਮੇਰੇ ਹੈਂਡ ਟਰੈਮਰਸ ਹੁੰਦੇ ਸੀ, ਮੇਰੇ ਹੱਥ ਕੰਬਦੇ ਸੀ, ਇਸੇ ਕਰਕੇ ਮੇਰੇ ਤੋਂ ਲਿਖਿਆ ਨਹੀਂ ਸੀ ਜਾਂਦਾ। ਇੱਕ ਬੜੀ ਵੱਡੀ ਪ੍ਰੋਬਲਮ ਸੀ ਮੇਰੇ ਵਾਸਤੇ, ਕਿਉਂਕਿ ਇਸੇ ਵਜ੍ਹਾ ਤੋਂ ਮੇਰੇ ਤੋਂ ਜਿਹੜਾ ਰਾਈਟਿੰਗ ਟਾਸਕ ਸੀ ਉਹ ਕੰਪਲੀਟ ਨਹੀਂ ਸੀ ਹੋ ਪਾਉਂਦਾ ਟਾਈਮ ਦੇ ਉੱਤੇ। ਬਟ ਉਦੋਂ ਵੀ ਹਾਰ ਨਹੀਂ ਮੰਨੀ। ਇਹੀ ਸੋਚਿਆ ਸੀ ਕਿ ਇਸ ਵਾਰੀ ਕਰਕੇ ਵਿਖਾਣਾ ਹੈ। ਜਿਹੜੇ ਇਹਨਾਂ ਦੇ ਤਾਨੇ ਨੇ ਆਪਣੇ ਸ਼ਰੀਕਾਂ ਦੇ ਲਾ ਲਓ, ਇਹਨਾਂ ਨੂੰ ਬੰਦ ਕਰਕੇ ਵਿਖਾਣਾ ਹੈ। ਉਸ ਤੋਂ ਬਾਅਦ ਉੱਥੇ ਪ੍ਰੀਪੇਅਰ ਕਰਨਾ ਸਟਾਰਟ ਕਰਤਾ। ਫਿਰ ਅੱਗੇ ਗੱਲ ਕਰਾਂ ਤਾਂ ਸਪੀਕਿੰਗ ਦੇ ਵਿੱਚ ਵੀ ਮੇਰੇ 5.5 ਬੈਂਡ ਸੀਗੇ। 5.5 ਬੈਂਡ ਤੋਂ ਫਿਰ ਬੜਾ ਆਪਣੇ ਆਪ ਨੂੰ ਉੱਤੇ ਉਠਾਉਣਾ ਸੀ, ਅਤੇ ਉਹੀ ਤਰੀਕਾ ਮੈਂ ਵਰਤਿਆ ਕਿ ਘਰ ਆ ਕੇ ਇੱਕ ਘੰਟਾ ਮੈਂ ਰੋਜ਼ ਬੋਲਦਾ ਸੀ। 1 ਘੰਟਾ ਸਵੇਰੇ, 1 ਘੰਟਾ ਸ਼ਾਮੀ। ਕਿਊ ਕਾਰਡ ਦੀ ਲਿਸਟ ਕੋਲ ਹੁੰਦੀ ਸੀ। ਇੱਕ ਕਿਊ ਕਾਰਡ 'ਤੇ ਘੱਟੋ ਘੱਟ 5 ਮਿੰਟ ਤਾਂ ਬੋਲਣਾ ਹੀ ਹੁੰਦਾ ਸੀ, ਉਹ ਵੀ ਬਿਨਾਂ ਟਾਈਮ ਲਏ, ਕਿ ਇੱਕੋ ਦਮ ਹੀ ਮਾਈਂਡ ਨੂੰ ਤੇਜ਼ ਕਰਨਾ ਹੈ। ਔਰ ਐਵੇਂ ਤਾਂ ਹੈ ਨਹੀਂ ਕਿ ਸੋਚ ਕੇ ਕਰਾਂਗੇ ਤਾਂ ਬੜਾ ਟਾਈਮ ਲੱਗੇਗਾ। ਇਸੇ ਕਰਕੇ ਆਪਣੇ ਮੈਂ ਮਾਈਂਡ ਨੂੰ ਤਿਆਰ ਹੋਣ ਦਾ ਟਾਈਮ ਹੀ ਨਹੀਂ ਦਿੱਤਾ। ਇੱਕੋ ਦਮ ਹੀ ਸਿੱਧਾ ਕੁਐਸਚਨ ਪੜ੍ਹਿਆ ਅਤੇ ਉਸ ਤੋਂ ਬਾਅਦ 5 ਮਿੰਟ ਬੋਲਿਆ, ਕਦੀ 10 ਮਿੰਟ, 15 ਮਿੰਟ ਤੱਕ ਵੀ ਬੋਲਿਆ। ਔਰ ਇਹ ਵੀ ਹਮੇਸ਼ਾ ਮੈਂ ਘਰ ਜਾ ਕੇ, ਕਦੀ ਘਰ ਟਾਈਮ ਨਹੀਂ ਸੀ ਹੁੰਦਾ, ਬਾਹਰ ਸੜਕਾਂ 'ਤੇ ਜਾ ਕੇ ਕਰਦਾ ਸੀ, ਤਾਂ ਲੋਕੀ ਵੀ ਦੇਖ ਕੇ ਹੈਰਾਨ ਹੁੰਦੇ ਸੀ ਵੀ ਇਹ ਬੋਲੀ ਕਿਹਦੇ ਨਾਲ ਜਾਂਦਾ। ਬਟ ਉਹਨਾਂ ਗੱਲਾਂ ਨੂੰ ਸਾਈਡ 'ਤੇ ਰੱਖ ਕੇ ਸਪੀਕਿੰਗ ਕੀਤੀ, ਸਪੀਕਿੰਗ 'ਚ ਪ੍ਰੈਪਰੇਸ਼ਨ ਕੀਤੀ, ਔਰ ਉਹਦਾ ਸਕੋਰ ਵੀ ਬੜਾ ਵਧੀਆ ਆਇਆ। ਮੇਰੀ ਫਲੂਐਂਸੀ ਬਹੁਤ ਵਧੀਆ ਹੋ ਗਈ। ਗ੍ਰਾਮਰ ਦੇ ਉੱਤੇ ਬੜਾ ਵਧੀਆ ਇੱਕ ਹੱਥ ਬਣ ਗਿਆ ਕਿ ਮੈਨੂੰ ਅੱਗੇ ਬੋਲਣ ਲੱਗਿਆ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਸੀ ਹੁੰਦੀ। ਔਰ ਇਹੀ ਮੇਰਾ ਲਿਸਨਿੰਗ ਦੇ ਵਿੱਚ ਵੀ ਕੀਤਾ। ਲਿਸਨਿੰਗ ਦੇ ਵਿੱਚ ਸਭ ਤੋਂ ਵਧੀਆ ਹੁਣ ਆਪਾਂ ਨੂੰ ਮੂਵੀ ਵੇਖਣਾ ਬੜਾ ਵਧੀਆ ਲੱਗਦਾ ਹੈ, ਔਰ ਜਿਵੇਂ ਆਪਾਂ ਗੱਲ ਕਰੀਏ ਖਾਸ ਕਰ ਹਾਲੀਵੁੱਡ ਮੂਵੀਜ਼ ਨੂੰ, ਉਹਨੂੰ ਵੇਖਣਾ ਸਟਾਰਟ ਕਰਤਾ। ਉਸ ਤੋਂ ਬਾਅਦ ਮੈਂ ਗਾਣੇ ਸੁਣਨੇ ਸਟਾਰਟ ਕਰਤੇ, ਆਰਟੀਕਲਸ ਸੁਣਨੇ ਸਟਾਰਟ ਕਰਤੇ, ਕੁਝ ਸ਼ੋਜ਼ ਵੇਖਣੇ ਸਟਾਰਟ ਕਰਤੇ ਜਿਹੜੇ ਇੰਗਲਿਸ਼ ਦੇ ਵਿੱਚ ਸੀ। ਫਿਰ ਲਿਸਨਿੰਗ ਦੇ ਪੇਪਰ ਕਰੈਕ ਕਰਨੇ ਸਟਾਰਟ ਕਰਤੇ। ਇਹਦੇ ਥਰੂ ਮੇਰੀ ਲਿਸਨਿੰਗ ਵੀ ਬੜੀ ਵਧੀਆ ਇੰਪਰੂਵ ਹੋ ਗਈ। ਅਤੇ ਜੇ ਮੈਂ ਗੱਲ ਕਰਾਂ ਫਿਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਪ੍ਰੀਪਰੇਸ਼ਨ ਕਰਕੇ ਮੈਂ ਆਇਲਸ ਦਾ ਐਗਜ਼ਾਮ ਦਿੱਤਾ ਅਤੇ ਮੇਰੇ 7 ਬੈਂਡ ਸਕੋਰ ਹੋਏ। ਇੰਡੀਵਿਜੂਅਲੀ ਗੱਲ ਕਰਾਂ ਤਾਂ ਇੰਡੀਵਿਜੂਅਲੀ ਗੱਲ ਕਰਾਂ ਤਾਂ ਲਿਸਨਿੰਗ ਦੇ ਵਿੱਚ ਮੇਰੇ 7.5 ਬੈਂਡ ਸੀ, ਪਹਿਲਾਂ 5.5 ਆਏ ਸੀ। ਬੜੀ ਵਧੀਆ ਇੰਪਰੂਵਮੈਂਟ ਹੋਈ ਮੇਰੇ ਵਾਸਤੇ। ਰੀਡਿੰਗ ਦੇ ਵਿੱਚ ਵੀ ਮੇਰੇ ਪਹਿਲਾਂ 5.5 ਸੀ, ਹੁਣ ਮੇਰੇ 8 ਬੈਂਡਸ ਨੇ। ਸਪੀਕਿੰਗ ਦੇ ਵਿੱਚ ਗੱਲ ਕਰਾਂ ਮੇਰੇ 5.5 ਬੈਂਡ ਸੀ, ਹੁਣ ਮੇਰੇ 7 ਬੈਂਡਸ ਨੇ। ਰਾਈਟਿੰਗ ਦਾ ਜਿਵੇਂ ਤੁਹਾਨੂੰ ਦੱਸਿਆ ਮੇਰਾ ਉਦੋਂ ਪੇਪਰ ਬਹੁਤ ਡਿਫੀਕਲਟ ਸੀ, ਔਰ ਕੁਝ ਹੈਂਡ ਟਰੈਮਰਸ ਦੀ ਵਜ੍ਹਾ ਤੋਂ ਮੈਂ ਲਿਖ ਨਹੀਂ ਸੀ ਪਾ ਰਿਹਾ। ਫਿਰ ਵੀ ਮੈਂ ਆਪਣੇ ਆਪ ਨੂੰ ਇੰਨਾ ਤਿਆਰ ਕਰਕੇ ਗਿਆ ਸੀ ਕਿ ਮੇਰੇ 6 ਬੈਂਡਸ ਫਿਰ ਵੀ ਉਹਦੇ ਵਿੱਚੋਂ ਆ ਗਏ, ਅਤੇ ਓਵਰਆਲ ਮੇਰੇ 7 ਬੈਂਡ ਆਏ। ਔਰ ਉਸ ਤੋਂ ਬਾਅਦ ਬੜੀ ਹੀ ਖੁਸ਼ੀ ਹੋਈ। ਅਤੇ ਅੱਜ ਗੱਲ ਕਰਾਂ ਉਸੇ ਸੈਂਟਰ ਦੇ ਉੱਤੇ ਜਿੱਥੇ ਮੇਰਾ ਸਭ ਤੋਂ ਪਹਿਲਾਂ ਮਜ਼ਾਕ ਬਣਾਇਆ ਗਿਆ, ਅੱਜ ਉੱਥੇ ਮੈਂ ਆਇਲਸ ਟ੍ਰੇਨਰ ਹਾਂ। ਉੱਥੋਂ ਦੇ ਬੱਚੇ ਮੇਰੇ ਕੋਲੋਂ ਪੜ੍ਹਦੇ ਨੇ, ਮੈਂ ਉਹਨਾਂ ਨੂੰ ਟਿਪਸ ਦਿੰਦਾ, ਉਹਨਾਂ ਨੂੰ ਦੱਸਦਾ, ਔਰ ਉਹਦੇ ਥਰੂ ਉਹ ਆਇਲਸ ਨੂੰ ਕਰੈਕ ਕਰਦੇ ਨੇ ਔਰ ਬਾਹਰ ਜਾ ਰਹੇ ਨੇ, ਕੈਨੇਡਾ, US ਐਂਡ ਆਸਟ੍ਰੇਲੀਆ ਔਰ ਹੋਰ ਵੀ ਕੰਟਰੀਜ਼ ਦੇ ਵਿੱਚ। ਅਤੇ ਬੜਾ ਹੀ ਮਾਣ ਮਹਿਸੂਸ ਹੁੰਦਾ। ਔਰ ਇੱਕ ਗੱਲ ਇਹ ਵੀ ਪਤਾ ਲੱਗਦੀ ਹੈ ਕਿ ਜੇ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਚੀਜ਼ ਠਾਣ ਲਓ ਨਾ, ਤੁਸੀਂ ਕਰ ਸਕਦੇ ਹੋ। ਇਹ ਤਾਂ ਸਿਰਫ ਇੱਕ ਆਪਣੇ ਮਾਈਂਡ ਦੀ ਉਪਜ ਹੁੰਦੀ ਹੈ ਕਿ ਆਪਾਂ ਆਪਣੇ ਮਾਈਂਡ ਦੇ ਵਿੱਚ ਇੱਕ ਡਰ ਪੈਦਾ ਕਰ ਲੈਂਦੇ ਹਾਂ ਕਿ ਆਪਾਂ ਨਹੀਂ ਕਰ ਸਕਦੇ। ਜਦੋਂ ਆਪਾਂ ਸੋਚ ਲਈਏ, ਇੱਕ ਆਪਣੇ ਮਨ ਦੇ ਵਿੱਚ ਇੱਕ ਜਜ਼ਬਾ ਲੈ ਕੇ ਆ ਜਾਏ ਕਿ ਹਾਂ ਕਰਨਾ ਹੈ, ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ। ਕੋਈ ਵੀ ਇਹੋ ਜਿਹੀ ਚੀਜ਼ ਹੈ ਹੀ ਨਹੀਂ ਕਿ ਜਿਹੜੀ ਤੁਹਾਨੂੰ ਰੋਕਦੇ ਕਿ ਤੁਸੀਂ ਨਹੀਂ ਕਰ ਸਕਦੇ। ਇੰਗਲਿਸ਼ ਤਾਂ ਸਿਰਫ ਇੱਕ ਲੈਂਗੁਏਜ ਹੈ, ਬਸ ਤੁਸੀਂ ਥੋੜ੍ਹਾ ਜਿਹਾ ਇਹਨੂੰ ਟਾਈਮ ਦੇਣਾ ਅਤੇ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ। Nothing is impossible here, guys. Your each and every second is an opportunity to learn something. So grab it and don't waste it. Thank you very much with these words. ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।